ਹੈਲੋ ਫਰੈਂਡਸ, ਵੈਲਕਮ ਟੂ ਯਰ YouTube ਚੈਨਲ ਇੰਗਲਿਸ਼ ਫੈਮਿਲੀ 87। ਸੋ ਆਪਣੀ ਇਸ ਪੋਇਮ ਦੇ ਵਿੱਚ ਆਪਾਂ ਗੱਲ ਕਰਾਂਗੇ ਆਪਣੀ 6th ਜਿਹੜੀ ਪੋਇਮ ਹੈ ਮਾਈ ਲਾਸਟ ਡਚਸ, ਉਸ ਦੇ ਰੈਫਰੈਂਸ ਟੂ ਦਾ ਕੰਟੈਕਸਟ ਜਿਹੜੇ ਉਹ ਆਪਾਂ ਕਰਾਂਗੇ। ਲੌਂਗ ਕੁਐਸਚਨ ਆਪਾਂ ਇਸ ਤੋਂ ਪਿਛਲੀ ਵੀਡੀਓ ਦੇ ਵਿੱਚ ਪੜ੍ਹ ਚੁੱਕੇ ਹਾਂ। ਸੋ ਦੇਖੋ, ਸਭ ਤੋਂ ਪਹਿਲਾਂ ਫਸਟ ਸਟੈਂਜਾ ਜਿਹੜਾ ਇਸ ਦੀ ਆਪਾਂ ਐਕਸਪਲੇਨੇਸ਼ਨ ਕਰਦੇ ਹਾਂ। ਸਭ ਤੋਂ ਪਹਿਲਾਂ ਕੰਟੈਕਸਟ ਜੋ ਸਾਰਿਆਂ ਦੇ ਲਈ ਕੋਮਨ ਰਹੇਗਾ। These lines have been taken from the poem My Last Duchess by Robert Browning। ਇਸ ਪੋਇਮ ਦੇ ਵਿੱਚੋਂ ਲਈਆਂ ਗਈਆਂ ਨੇ, ਰੋਬਰਟ ਬਰਾਉਨਿੰਗ ਦੁਆਰਾ ਲਿਖੀ ਗਈ ਹੈ। ਇਟ ਇਜ਼ ਅ ਫੇਮਸ ਡਰਾਮੈਟਿਕ ਮੋਨੋਲੋਗ। ਮੋਨੋਲੋਗ ਕੀ ਹੁੰਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਜਿਸ ਤਰ੍ਹਾਂ ਕੋਈ ਰਾਈਟਰ ਆਪਣਾ ਪਲੇ ਲਿਖਦਾ ਜਾਂ ਪੋਇਮ ਲਿਖਦਾ, ਉਸ ਦੇ ਵਿੱਚ ਜੋ ਕਰੈਕਟਰ ਹੈ ਉਹ ਕਰੈਕਟਰ ਮਤਲਬ ਉਹ ਇਸ ਤਰ੍ਹਾਂ ਸ਼ੋਅ ਕਰਿਆ ਹੁੰਦਾ ਕਿ ਉਹ ਕਰੈਕਟਰ ਖੁਦ ਬੋਲ ਰਿਹਾ ਹੈ ਆਪਣੇ ਬਾਰੇ। ਜਿਸ ਤਰ੍ਹਾਂ ਕਿ ਇਸ ਪੋਇਮ ਦੇ ਵਿੱਚ ਡਿਊਕ ਹੈ ਜਿਹੜਾ ਉਹ ਦੱਸ ਰਿਹਾ ਆਪਣੇ ਬਾਰੇ ਤੇ ਆਪਣੀ ਲਾਸਟ ਡਚਸ ਹੈ ਜਿਹੜੀ ਉਸ ਦੇ ਬਾਰੇ, ਆਪਣੀ ਪਤਨੀ ਦੇ ਬਾਰੇ। ਦ ਪੋਇਮ ਸ਼ੋਜ਼ ਐਨ ਇਟੈਲੀਅਨ ਡਿਊਕ ਆਫ ਦ 16th ਸੈਂਚਰੀ। ਇਸ ਪੋਇਮ ਦੇ ਵਿੱਚ 16ਵੀਂ ਸਦੀ ਦੇ ਜਿਹੜੇ ਡਿਊਕ ਨੇ ਉਸ ਦੇ ਬਾਰੇ ਆਪਾਂ ਨੂੰ ਦੱਸਿਆ ਗਿਆ ਹੈ। ਟਾਕਿੰਗ ਟੂ ਦ ਐਨਵਾਏ ਆਫ ਦ ਕਾਊਂਟ, ਇੱਕ ਕਾਊਂਟ ਹੈ ਜਿਹੜਾ ਉਸ ਦੇ ਐਨਵਾਏ ਰਾਜਦੂਤ ਦੇ ਨਾਲ ਉਹ ਗੱਲ ਕਰ ਰਿਹਾ ਹੈ, ਡਿਊਕ ਹੈ ਜਿਹੜਾ। ਔਰ ਜਿਹੜਾ ਰਾਜਦੂਤ ਹੈ ਇਹ ਮਤਲਬ ਉਸ ਕਾਊਂਟ ਵੱਲੋਂ ਆਇਆ, ਇਸ ਕਾਊਂਟ ਵੱਲੋਂ ਜਿਸ ਦੀ ਧੀ ਦੇ ਨਾਲ ਉਹ ਵਿਆਹ ਕਰਵਾਉਣਾ ਚਾਹੁੰਦਾ, ਜਿਹੜਾ ਆਪਣਾ ਡਿਊਕ ਹੈ। ਹੂਜ਼ ਡਾਟਰ ਹੀ ਵਿਸ਼ਸ ਟੂ ਮੈਰੀ, ਦੇਖੋ ਉਸ ਦੀ ਧੀ ਦੇ ਨਾਲ ਉਹ ਵਿਆਹ ਕਰਵਾਉਣਾ ਚਾਹੁੰਦਾ ਹੈ। ਦ ਡਿਊਕ ਸ਼ੋਜ਼ ਹਿਮ, ਜਿਹੜਾ ਡਿਊਕ ਹੈ ਉਸ ਨੂੰ ਦਿਖਾਉਂਦਾ ਹੈ ਦ ਲਾਈਫ ਲਾਈਕ ਪਿਕਚਰ ਆਫ ਦ ਡਚਸ। ਜਿਹੜਾ ਡਿਊਕ ਹੈ ਉਸ ਐਨਵॉय ਨੂੰ ਆਪਣੀ ਪਤਨੀ ਦੀ ਲਾਸਟ ਡਚਸ ਜਿਹੜੀ ਉਸ ਦੀ ਹੁੰਦੀ ਹੈ ਉਸ ਦੀ ਪਿਕਚਰ ਹੈ ਜਿਹੜੀ ਉਹ ਦਿਖਾਉਂਦਾ ਹੈ। ਲਾਈਫ ਲਾਈਕ ਮਤਲਬ ਕਿ ਇਸ ਤਰ੍ਹਾਂ ਲੱਗਦੀ ਹੁੰਦੀ ਹੈ ਜਿਸ ਤਰ੍ਹਾਂ ਕਿ ਪਿਕਚਰ ਦੇ ਵਿੱਚ ਉਹ ਜਿੰਦਾ ਹੋਵੇ, ਜਿਉਂਦੀ ਹੋਵੇ। ਹੂ ਇਜ਼ ਡੈਡ, ਪਰ ਜਿਹੜੀ ਕਿ ਮਰੀ ਹੋਈ ਹੈ। ਦ ਡਿਊਕ ਇਜ਼ ਵੈਰੀ ਹੌਟੀ, ਬਹੁਤ ਜ਼ਿਆਦਾ ਘਮੰਡੀ ਹੈ, ਕ੍ਰਿਊਲ ਹੈ, ਨਿਰਦਈ ਹੈ, ਜੈਲਸੀ ਫੀਲ ਕਰਨ ਵਾਲਾ ਹੈ, ਐਂਡ ਗ੍ਰੀਡੀ ਅਤੇ ਲਾਲਚੀ ਹੈ। ਹੀ ਐਕਸਪਲੇਨਸ ਦੈਟ ਦ ਡਚਸ ਹੈਡ ਅ ਫੂਲਿਸ਼ ਐਂਡ ਚਾਈਲਡਿਸ਼ ਨੇਚਰ। ਉਹ ਐਨਵॉय ਨੂੰ ਕਹਿੰਦਾ ਹੈ ਕਿ ਜਿਹੜੀ ਉਸ ਦੀ ਲਾਸਟ ਡਚਸ ਸੀਗੀ ਉਹ ਬਹੁਤ ਜ਼ਿਆਦਾ ਕੀ ਸੀ, ਮੂਰਖ ਸੀ ਅਤੇ ਬੱਚਿਆਂ ਵਰਗਾ ਉਸ ਦਾ ਨੇਚਰ ਸੀ। ਅੱਗੇ ਐਕਸਪਲੇਨੇਸ਼ਨ ਆਪਣੇ ਇਸ ਸਟੈਂਜੇ ਦੀ। In these lines, the Duke shows a portrait, portrait मतलब कि पिक्चर जो हथ नाल बनाई हुंदी है उसनूं बोलदे ने portrait of his last duchess। अपनी लास्ट डचस दी portrait है जिहड़ी वो दिखाउंदा है to the envoy of the count। ਜਿਹੜਾ ਕਾਊਂਟ ਦਾ ਐਨਵॉय ਰਾਜਦੂਤ ਆਉਂਦਾ ਉਸ ਦੇ ਕੋਲ, ਉਸ ਨੂੰ ਆਪਣੀ ਲਾਸਟ ਡਚਸ ਦੀ ਪਿਕਚਰ ਹੈ ਜਿਹੜੀ ਉਹ ਪੋਰਟਰੇਟ ਆ ਉਹ ਦਿਖਾਉਂਦਾ ਹੈ। ਐਂਡ ਪ੍ਰੇਜ਼ ਇਟ, ਅਤੇ ਇਸ ਦੀ ਤਾਰੀਫ ਕਰਦਾ ਐਜ਼ ਅ ਵਰਕ ਆਫ ਆਰਟ, ਕਿ ਬਹੁਤ ਸੋਹਣਾ ਵਰਕ ਆਫ ਆਰਟ ਹੈ, ਮਤਲਬ ਕਿ ਬਹੁਤ ਹੀ ਸ਼ਿੱਦਤ ਦੇ ਨਾਲ ਜਿਹੜੀ ਇਹ ਪੋਰਟਰੇਟ ਹੈ ਉਹ ਬਣਾਈ ਗਈ ਹੈ ਉਸ ਦੀ ਲਾਸਟ ਡਚਸ ਦੀ। ਹੀ ਟੈਲਸ ਹਿਮ, ਉਸ ਨੂੰ ਇਹ ਵੀ ਦੱਸਦਾ ਹੈ ਰਾਜਦੂਤ ਨੂੰ, ਹੀ ਟੈਲਸ ਹਿਮ ਦੈਟ ਇਟ ਇਜ਼ ਹਿਜ਼ ਡੈਡ ਵਾਈਫਸ ਪੋਰਟਰੇਟ, ਕਿ ਇਹ ਉਸ ਦੀ ਡੈਡ ਵਾਈਫ ਦੀ ਪੋਰਟਰੇਟ ਹੈ। ਇਨ ਵਿੱਚ ਸ਼ੀ ਲੁਕਸ ਐਜ਼ ਇਫ ਸ਼ੀ ਵਰ ਅਲਾਈਵ, ਜਿਸ ਦੇ ਵਿੱਚ ਕਿ ਇਸ ਤਰ੍ਹਾਂ ਦਿਖਾਈ ਦੇ ਰਹੀ ਹੈ ਉਹ ਪੋਰਟਰੇਟ ਦੇ ਵਿੱਚ ਜਿਸ ਤਰ੍ਹਾਂ ਕਿ ਉਹ ਜਿੰਦਾ ਹੋਵੇ, ਜਿਉਂਦਾ ਹੋਵੇ। ਇਨ ਹਿਜ਼ ਓਪੀਨੀਅਨ, ਉਸ ਦੇ ਵਿਚਾਰ ਦੇ ਵਿੱਚ, ਦਿਸ ਇਜ਼ ਅ ਰੇਅਰ ਵਰਕ ਆਫ ਆਰਟ, ਇੱਕ ਰੇਅਰ ਵਰਕ ਆਫ ਆਰਟ ਹੈ, ਮਤਲਬ ਕਿ ਬਹੁਤ ਘੱਟ ਮਿਲਦੇ ਨੇ ਇਸ ਤਰ੍ਹਾਂ ਦੇ ਵਰਕ ਆਫ ਆਰਟ ਨੇ ਜਿਹੜੇ ਇਸ ਤਰ੍ਹਾਂ ਦੀਆਂ ਚੀਜ਼ਾਂ। ਦ ਫੇਮਸ ਪੇਂਟਰ, ਬਹੁਤ ਜ਼ਿਆਦਾ ਜਿਹੜਾ ਫੇਮਸ ਪੇਂਟਰ ਹੈ ਫਰਾ ਪੈਂਡੋਲਫ, ਫਰਾ ਪੈਂਡੋਲਫ ਨਾਂ ਦਾ ਜਿਹੜਾ ਪੇਂਟਰ ਹੈ, ਵਰਕਡ ਔਨ ਦਿਸ ਪੇਂਟਿੰਗ, ਇਸ ਪੇਂਟਿੰਗ ਦੇ ਉੱਪਰ ਉਸਨੇ ਕੰਮ ਕੀਤਾ, ਮਤਲਬ ਕਿ ਇਸ ਨੇ ਬਣਾਈ ਹੈ, ਫਰਾ ਪੈਂਡੋਲਫ ਨੇ ਇਹ ਪੇਂਟਿੰਗ ਕਹਿੰਦਾ ਬਣਾਈ ਹੈ। ਇਨ ਹਿਜ਼, ਇਹ ਲਾਈਨ ਨਹੀਂ ਹੈਗੀ, ਇਹ ਕੱਟੀ ਹੋਈ ਹੈ। ਇਨ ਹਿਜ਼ ਬਿਜ਼ੀ ਸਕੈਜੂਅਲ, ਆਪਣੇ ਬਿਜ਼ੀ ਸਕੈਜੂਅਲ ਜਾਂ ਫਿਰ ਸ਼ੈਡਿਊਲ ਤੁਸੀਂ ਕਹਿ ਸਕਦੇ ਹੋ, ਕੁਛ ਵੀ ਜੋ ਵੀ ਬੋਲਦੇ ਹੋ, ਵੈਸੇ ਸਕੈਜੂਅਲ ਹੁੰਦਾ ਐਗਜ਼ੈਕਟ ਇਹ। ਆਪਣੇ ਬਿਜ਼ੀ ਜਿਹੜਾ ਸਕੈਜੂਅਲ ਹੈ ਉਸ ਦੇ ਵਿੱਚੋਂ ਟਾਈਮ ਕੱਢ ਕੇ ਉਸਨੇ ਇਹ ਪੋਇਮ ਆਪਣਾ ਪੋਰਟਰੇਟ ਬਣਾਈ ਹੈ। ਐਂਡ ਕੰਪਲੀਟ ਇਟ ਇਨ ਅ ਸਿੰਗਲ ਡੇ, ਅਤੇ ਇੱਕ ਦਿਨ ਦੇ ਵਿੱਚ ਇਹ ਜਿਹੜੀ ਪੋਰਟਰੇਟ ਹੈ ਉਸਨੇ ਕੰਪਲੀਟ ਕੀਤੀ ਸੀ। ਦ ਰਿਜ਼ਲਟ ਆਫ ਦ ਪੇਂਟਰਜ਼ ਹਾਰਡ ਵਰਕ, ਸੋ ਕਹਿੰਦਾ ਪੇਂਟਰ ਦਾ ਜਿਹੜਾ ਹਾਰਡ ਵਰਕ ਹੈ ਉਸ ਦਾ ਰਿਜ਼ਲਟ ਇਹ ਹੈ, ਵਾਜ਼ ਦੈਟ ਪੋਰਟਰੇਟ ਵਿਚ ਹੰਗ ਔਨ ਦ ਵਾਲ, ਤਾਂ ਉਸ ਦਾ ਰਿਜ਼ਲਟ ਕਹਿੰਦਾ ਇਹ ਹੈ ਜਿਹੜਾ ਕਿ ਤੁਸੀਂ ਦੇਖ ਰਹੇ ਹੋ, ਤੇ ਇਹ ਜਿਹੜੀ ਪੋਰਟਰੇਟ ਹੈ ਉਹ ਤਸਵੀਰ ਦੇ ਆਪਣੀ ਕੰਧ ਦੇ ਉੱਪਰ ਟੰਗੀ ਹੋਈ ਹੈ। ਇਹ ਮਤਲਬ ਉਸ ਦੇ ਹਾਰਡ ਵਰਕ ਦਾ ਤੁਹਾਡੇ ਸਾਹਮਣੇ ਕਹਿੰਦਾ ਰਿਜ਼ਲਟ ਹੈਗਾ। ਅੱਗੇ ਆਪਣਾ ਸੈਕੰਡ ਸਟੈਂਜਾ ਦੇਖੋ, ਇਹ ਤੁਸੀਂ ਪੌਜ਼ ਕਰਕੇ ਵੀਡੀਓ ਨੂੰ ਲਿਖ ਸਕਦੇ ਹੋ ਜੇਕਰ ਨਹੀਂ ਤੁਹਾਡੇ ਕੋਲ ਲਿਖਿਆ ਹੋਇਆ। ਇਸ ਦਾ ਕੰਟੈਕਸਟ ਹੈ ਜਿਹੜਾ ਸੇਮ ਐਜ਼ ਪ੍ਰੀਵੀਅਸ, ਮਤਲਬ ਕਿ ਪਿਛਲਾ ਹੀ ਰਹੇਗਾ ਜੋ ਆਪਾਂ ਪਿੱਛੇ ਪੜ੍ਹਿਆ। ਇਸ ਦੀ ਐਕਸਪਲੇਨੇਸ਼ਨ ਇਸ ਪੈਰੇ ਦੀ। ਇਨ ਦੀਜ਼ ਲਾਈਨਸ ਦ ਡਿਊਕ ਟੈਲਸ ਦ ਐਨਵॉय, ਐਨਵॉय ਨੂੰ ਦੱਸਦਾ ਇਹਨਾਂ ਲਾਈਨਾਂ ਦੇ ਵਿੱਚ ਜਿਹੜਾ ਡਿਊਕ ਹੈ, ਅਬਾਊਟ ਦ ਐਕਸਪ੍ਰੈਸ਼ਨ ਆਫ ਹੈਪੀਨੈਸ ਐਂਡ ਜੋਏ ਔਨ ਦ ਡਚਸ ਫੇਸ ਇਨ ਦ ਪੋਰਟਰੇਟ, ਕਿ ਪੋਰਟਰੇਟ ਦੇ ਵਿੱਚ ਮਤਲਬ ਜੋ ਉਹ ਆਪਣੀ ਡਚਸ ਹੈ ਉਸ ਦੇ ਐਕਸਪ੍ਰੈਸ਼ਨ ਨੇ ਜਿਹੜੇ ਹੈਪੀ ਵਾਲੇ, ਜੋਏ ਖੁਸ਼ੀ ਵਾਲੇ ਉਸ ਦੇ ਫੇਸ ਦੇ ਉੱਪਰ, ਉਸ ਦੇ ਬਾਰੇ ਗੱਲਬਾਤ ਕਰਦਾ, ਉਹ ਦੱਸਦਾ ਉਸ ਨੂੰ।
he says that his expression of joy was not caused by the presence of her husband only। कहना ਜਿਹੜਾ ਇਸ ਦੇ ਚਿਹਰੇ ਤੇ ਇਹ ਜੋਏ ਵਾਲੇ ਮਤਲਬ ਖੁਸ਼ੀ ਵਾਲੇ ਐਕਸਪ੍ਰੈਸ਼ਨ ਨੇ ਉਹ ਸਿਰਫ ਇਸ ਕਰਕੇ ਨਹੀਂ ਹੈਗੇ ਕਿ ਉਸ ਦੇ ਪਤੀ ਦੀ ਪ੍ਰੈਜੈਂਸ ਕਰਕੇ ਵੀ ਆਪਣੇ ਪਤੀ ਨੂੰ ਦੇਖ ਕੇ ਇੰਨਾ ਖੁਸ਼ ਹੁੰਦੀ ਆ ਉਹ। ਇਨ ਫੈਕਟ ਅਸਲ ਦੇ ਵਿੱਚ ਸ਼ੀ ਸਮਾਈਲਡ ਵਿਦ ਜੋਏ ਟੂ ਸੀ ਐਵਰੀਬਡੀ। ਕਹਿੰਦਾ ਹਰ ਕਿਸੇ ਨੂੰ ਦੇਖ ਕੇ ਕੋਈ ਵੀ ਉਸਦੇ ਸਾਹਮਣੇ ਆਉਂਦਾ ਹੈ ਉਹ ਹਰ ਕਿਸੇ ਨੂੰ ਦੇਖ ਕੇ ਮਤਲਬ ਕਿ ਉਹ ਸਮਾਈਲ ਕਰਦੀ ਰਹਿੰਦੀ ਸੀ। ਪਰਹੇਪਸ ਸ਼ਾਇਦ ਕਹਿੰਦਾ ਫਰਾ ਪੈਂਡੋਲਫ ਸੈਡ ਦੈਟ ਹਰ ਕਲੌਕ ਮਤਲਬ ਕਿ ਚਾਦਰ ਹੈ ਨਾ, ਹਰ ਕਲੌਕ ਵਾਜ਼ ਕਵਰਿੰਗ ਅ ਬਿਗ ਪੋਰਸ਼ਨ ਆਫ ਹਰ ਰਿਸਟ। ਕਹਿੰਦਾ ਸ਼ਾਇਦ ਉਸ ਨੂੰ ਕਿਹਾ ਹੋਵੇ ਫਰਾ ਪੈਂਡੋਲਫ ਨੇ ਜਦੋਂ ਉਸਦੀ ਪੋਰਟਰੇਟ ਬਣਾ ਰਿਹਾ ਸੀ ਕਿ ਜਿਹੜੀ ਉਸਦੀ ਕਲੌਕ ਜਿਹੜੀ ਉਸਦੀ ਚਾਦਰ ਹੈ ਉਹ ਵਾਜ਼ ਕਵਰਿੰਗ ਅ ਬਿਗ ਪੋਰਸ਼ਨ ਵੀ ਮਤਲਬ ਉਹ ਕਵਰ ਕਰ ਰਹੀ ਹੈ ਬਿਗ ਪੋਰਸ਼ਨ ਮਤਲਬ ਕਿ ਏਰੀਆ ਹੈ ਨਾ, ਬਿਗ ਏਰੀਆ ਆਫ ਹਰ ਰਿਸਟ ਵੀ ਉਸਦਾ ਗੁੱਟ ਹੈ ਜਿਹੜਾ ਹੈ ਨਾ ਰਿਸਟ ਵੀ ਉਸ ਨੂੰ ਕਵਰ ਕਰ ਰਹੀ ਹੈ ਉਸਦੀ ਚਾਦਰ। ਹੀ ਮਾਈਟ ਹੈਵ ਸੁਜੈਸਟਡ ਉਸਨੇ ਸ਼ਾਇਦ ਉਸ ਨੂੰ ਸੁਜੈਸਟ ਕੀਤਾ ਹੋਵੇਗਾ ਹਰ ਟੂ ਐਕਸਪੋਜ਼ ਹਰ ਰਿਸਟ ਕਿ ਆਪਣੇ ਰਿਸਟ ਨੂੰ ਐਕਸਪੋਜ਼ ਕਰ ਲਿਟਲ ਮੋਰ ਥੋੜ੍ਹਾ ਜਿਹਾ ਹੋਰ। ਐਂਡ ਸੋ ਤਾਂ ਇਸ ਕਰਕੇ ਸ਼ੀ ਸਮਾਈਲਡ ਤਾਂ ਕਹਿੰਦਾ ਸ਼ਾਇਦ ਇਸ ਕਰਕੇ ਉਸਨੇ ਸਮਾਈਲ ਕੀਤੀ ਹੋਵੇ ਤਾਂ ਮਤਲਬ ਉਹੀ ਸਮਾਈਲ ਵਾਲੀ ਜਿਹੜੀ ਪੋਰਟਰੇਟ ਆ ਉਸਨੇ ਫਰਾ ਪੈਂਡੋਲਫ ਨੇ ਬਣਾਤੀ। ਮਤਲਬ ਇਹ ਨਹੀਂ ਹੈ ਕਿ ਮੇਰੀ ਪ੍ਰੈਜੈਂਸ ਦੇ ਵਿੱਚ ਉਹ ਖੁਸ਼ ਸੀਗੀ ਤਾਂ ਇਹ ਸਮਾਈਲ ਇਸੇ ਕਰਕੇ ਆ ਪੋਰਟਰੇਟ ਦੇ ਵਿੱਚ ਕਿ ਉਸਨੇ ਇਹ ਗੱਲ ਉਸ ਨੂੰ ਕਹੀ ਹੋਣੀ ਪੇਂਟਰ ਨੇ ਤਾਂ ਕਰਕੇ ਉਹ ਸਮਾਈਲ ਕੀਤੀ ਉਸਨੇ ਤੇ ਉਹ ਜਿਹੜੀ ਪਿਕਚਰ ਇਹ ਬਣ ਗਈ। ਪਰਹੇਪਸ ਦ ਪੇਂਟਰ ਸੈਡ ਦੈਟ ਸ਼ਾਇਦ ਕਹਿੰਦਾ ਪੇਂਟਰ ਨੇ ਉਸ ਨੂੰ ਕਿਹਾ ਹੋਵੇ ਇਟ ਵਾਜ਼ ਨਾਟ ਪੋਸੀਬਲ ਟੂ ਸ਼ੋ ਆਲ ਹਿਜ਼ ਚਾਰਮਸ ਇਨ ਦ ਪੋਰਟਰੇਟ ਵੀ ਜਿਹੜੀ ਉਸਦੀ ਚਾਰਮਸ ਮਤਲਬ ਕਿ ਜਿਹੜਾ ਖੁਸ਼ ਦਿਲ ਹੈ ਉਹ ਪੋਰਟਰੇਟ ਦੇ ਵਿੱਚ ਸਾਰਾ ਸ਼ੋ ਨਹੀਂ ਕੀਤਾ ਜਾ ਸਕਦਾ ਇਫ ਸ਼ੀ ਡਿਡਨਟ ਐਕਸਪੋਜ਼ ਹਰ ਰਿਸਟ ਜੇਕਰ ਉਹ ਆਪਣੇ ਰਿਸਟ ਨੂੰ ਐਕਸਪੋਜ਼ ਨਹੀਂ ਕਰਦੀ ਤਾਂ ਉਸਦੀ ਸੁੰਦਰਤਾ ਕਹਿੰਦੇ ਜਿਹੜੀ ਚਾਰਮਸ ਹੁੰਦੀਆਂ ਨੇ ਮਤਲਬ ਉਸਦੀ ਸੁੰਦਰਤਾ ਜਿਹੜੀ ਉਹ ਪੋਰਟਰੇਟ ਦੇ ਵਿੱਚ ਨਹੀਂ ਆਉਣੀ ਦਿਖਾਈ ਨਹੀਂ ਦੇਣੀ। ਦ ਡਿਊਕ ਸੇਜ਼ ਦੈਟ ਦ ਫਲੈਟਰਿੰਗ ਵਰਡਸ ਆਫ ਦ ਪੇਂਟਰ ਜਿਹੜੇ ਕਹਿੰਦੇ ਪੇਂਟਰ ਦੇ ਸ਼ਾਇਦ ਕਹਿੰਦਾ ਜਿਹੜੇ ਪੇਂਟਰ ਦੇ ਫਲੈਟਰਿੰਗ ਵਰਡਸ ਹੋਣੇ ਫਲੈਟਰਿੰਗ ਚਾਪਲੂਸੀ ਵਾਲੇ ਸ਼ਬਦ ਹੋਣੇ ਵੀ ਮਤਲਬ ਉਸਦੀ ਤਾਰੀਫ ਦੇ ਵਿੱਚ ਕਹੇ ਡਚਸ ਦੀ ਤਾਰੀਫ ਦੇ ਵਿੱਚ ਮਾਈਟ ਹੈਵ ਪ੍ਰੋਡਿਊਸਡ ਦ ਐਕਸਪ੍ਰੈਸ਼ਨ ਆਫ ਜੋਏ ਐਂਡ ਹੈਪੀਨੈਸ ਔਨ ਹਰ ਫੇਸ ਸ਼ਾਇਦ ਉਹਨਾਂ ਸ਼ਬਦਾਂ ਨੇ ਕਹਿੰਦਾ ਉਸ ਦੇ ਚਿਹਰੇ ਦੇ ਉੱਪਰ ਇਹ ਹੈਪੀਨੈਸ ਹੈ ਜਿਹੜੀ ਖੁਸ਼ੀ ਹੈ ਉਹ ਲਿਆਂਦੀ ਹੋਵੇਗੀ ਕਿਉਂਕਿ ਉਹ ਹਰ ਇੱਕ ਦੇ ਕੁਝ ਵੀ ਸ਼ਬਦ ਸੁਣ ਕੇ ਕਹਿੰਦਾ ਉਹ ਖੁਸ਼ ਹੋ ਜਾਂਦੀ ਸੀਗੀ। ਅੱਗੇ ਥਰਡ ਆਪਣਾ ਸਟੈਂਜਾ ਦੇਖੋ ਇਹ ਤੁਸੀਂ ਸਟੈਂਜਾ ਜਿਹੜਾ ਇਹ ਨੋਟ ਕਰ ਸਕਦੇ ਹੋ। ਸੋ ਅੱਗੇ ਦੇਖੋ ਆਪਣੇ ਇਸ ਸਟੈਂਜੇ ਦਾ ਕੰਟੈਕਸਟ ਹੈ ਜਿਹੜਾ ਉਹ ਸੇਮ ਐਜ਼ ਪ੍ਰੀਵੀਅਸ ਸੇਮ ਉਹੀ ਰਹੇਗਾ। ਐਕਸਪਲੇਸ਼ਨ ਹੈ ਜਿਹੜੀ ਉਹ ਆਪਾਂ ਐਕਸਪਲੇਨੇਸ਼ਨ ਦੇਖਦੇ ਹਾਂ। ਇਨ ਦੀਜ਼ ਲਾਈਨਸ ਦ ਡਿਊਕ ਸੇਜ਼ ਦੈਟ ਇਹਨਾਂ ਲਾਈਨਾਂ ਦੇ ਵਿੱਚ ਡਿਊਕ ਹੈ ਜਿਹੜਾ ਉਹ ਕਹਿੰਦਾ ਹੈ ਹਿਜ਼ ਲਾਸਟ ਡਚਸ ਡਿਡ ਨਾਟ ਕੇਅਰ ਮੱਚ ਫॉर ਹਿਜ਼ ਐਕਸਪੈਂਸਿਵ ਗਿਫਟਸ ਵੀ ਮਤਲਬ ਜਿਹੜੀ ਉਹਦੀ ਲਾਸਟ ਡਚਸ ਹੈ ਉਹ ਉਸ ਦੇ ਮਹਿੰਗੇ ਗਿਫਟਾਂ ਦੀ ਬਿਲਕੁਲ ਵੀ ਕੇਅਰ ਨਹੀਂ ਕਰਦੀ ਸੀ। ਅ ਗਿਫਟ ਫਰੋਮ ਦ ਡਿਊਕ ਕਹਿੰਦਾ ਗਿਫਟ ਡਿਊਕ ਦੇ ਵੱਲੋਂ ਜੋ ਉਸ ਨੂੰ ਦਿੱਤਾ ਜਾਂਦਾ ਸੀਗਾ ਦ ਸਨਸੈਟ ਇੰਨਾ ਮਹਿੰਗਾ ਹੈ ਨਾ ਇੱਕ ਤਾਂ ਉਹ ਗਿਫਟ ਹੋ ਗਿਆ ਔਰ ਦੂਸਰਾ ਅ ਬੰਚ ਹੁੰਦਾ ਗੁੱਛਾ ਅ ਬੰਚ ਆਫ ਚੈਰੀਜ਼ ਫਰੋਮ ਐਨ ਐਡਮਾਇਰਰ ਵੀ ਮਤਲਬ ਕਿਸੇ ਪ੍ਰਸ਼ੰਸਕ ਵੱਲੋਂ ਉਸ ਨੂੰ ਚੈਰੀ ਦੇ ਫਲਾਂ ਦਾ ਗੁੱਛਾ ਮਿਲਣਾ ਜਾਂ ਫਿਰ ਦ ਮਿਊਲ ਸ਼ੀ ਰੋਡ ਜਾਂ ਫਿਰ ਕਿਸੇ ਖੱਚਰ ਉੱਤੇ ਉਸਨੇ ਰਾਈਡ ਕਰ ਲਿਆ ਕਿਸੇ ਨੇ ਉਸ ਨੂੰ ਝੂਟੀ ਦਬਾਤੀ। ਇਹ ਤਿੰਨੋਂ ਕਹਿੰਦਾ ਉਹਦੇ ਲਈ ਇੱਕ ਸਮਾਨ ਹੁੰਦੇ ਸੀ ਮਤਲਬ ਇੱਕ ਤਾਂ ਦੇਖੋ ਗਿਫਟ ਦਿੱਤਾ ਇੰਨਾ ਮਹਿੰਗਾ ਡਿਊਕ ਨੇ ਸਨਸੈਟ ਔਰ ਇੱਕ ਸਿਰਫ ਕਿਸੇ ਨੇ ਚੈਰੀ ਦੇ ਫਲ ਦਿੱਤੇ ਜਾਂ ਇੱਕ ਨੇ ਸਿਰਫ ਉਸ ਨੂੰ ਆਪਣੀ ਖੱਚਰ ਦੇ ਉੱਪਰ ਗੇੜਾ ਦਬਾਤਾ। ਉਹ ਮਤਲਬ ਇਹ ਨਹੀਂ ਹੈ ਕਿ ਮੇਰੇ ਗਿਫਟ ਨੂੰ ਉੱਪਰ ਸਮਝਦੀ ਸੀ ਡਿਊਕ ਕਹਿੰਦਾ ਵੀ ਮੈਂ ਇੰਨਾ ਮਹਿੰਗਾ ਗਿਫਟ ਦਿੱਤਾ ਮਤਲਬ ਹਰ ਇੱਕ ਗਿਫਟ ਨੂੰ ਉਹ ਚਾਹੇ ਛੋਟਾ ਚਾਹੇ ਵੱਡਾ ਉਹਨਾਂ ਨੂੰ ਸਮਾਨ ਸਮਝਦੀ ਸੀ। ਆਲ ਗੇਵ ਹਰ ਸਿਮਿਲਰ ਪਲੇਜ਼ਰ ਦੇਖੋ ਸਾਰੇ ਹੀ ਉਸ ਨੂੰ ਬਰਾਬਰ ਦੀ ਖੁਸ਼ੀ ਦਿੰਦੇ ਸੀਗੇ। ਸ਼ੀ ਫੈਲਟ ਹੈਪੀ ਉਹ ਖੁਸ਼ੀ ਮਹਿਸੂਸ ਕਰਦੀ ਸੀ ਇਫ ਦ ਡਿਊਕ ਪ੍ਰੈਜੈਂਟਡ ਹਰ ਅ ਕੋਸਟਲੀ ਨੈਕਲਸ ਜੇਕਰ ਉਸ ਨੂੰ ਕੋਸਟਲੀ ਨੈਕਲਸ ਦੇ ਦਿੰਦਾ ਡਿਊਕ ਤਾਂ ਮਤਲਬ ਉਹ ਖੁਸ਼ੀ ਮਹਿਸੂਸ ਕਰਦੀ ਸੀ। ਟੂ ਬੀ ਬੋਰਨ ਔਨ ਹਰ ਬ੍ਰੈਸਟ ਮਤਲਬ ਕਿ ਉਸ ਨੂੰ ਆਪਣੀ ਬ੍ਰੈਸਟ ਦੇ ਉੱਪਰ ਪਾ ਕੇ ਉਸ ਨੂੰ ਖੁਸ਼ੀ ਮਹਿਸੂਸ ਹੈ ਜਿਹੜੀ ਉਹ ਹੁੰਦੀ ਸੀ। ਸ਼ੀ ਵਾਜ਼ ਆਲਸੋ ਇਕੁਅਲੀ ਪਲੀਜ਼ਡ ਉਹ ਇਸੇ ਤਰ੍ਹਾਂ ਇਕੁਅਲੀ ਖੁਸ਼ ਹੁੰਦੀ ਸੀ ਟੂ ਗੈਟ ਦ ਪ੍ਰੈਜ਼ੈਂਟ ਫਰੋਮ ਐਨੀਬਡੀ ਐਲਸ ਜੇਕਰ ਹੋਰ ਕੋਈ ਵੀ ਉਸ ਨੂੰ ਕੋਈ ਪ੍ਰੈਜ਼ੈਂਟ ਛੋਟਾ ਮੋਟਾ ਦੇ ਦਿੰਦਾ ਉਹ ਪ੍ਰੈਜ਼ੈਂਟ ਲੈ ਕੇ ਵੀ ਉਹ ਇਕੁਅਲੀ ਖੁਸ਼ ਹੁੰਦੀ ਸੀ ਵੀ ਇੱਕ ਤਾਂ ਮੈਂ ਨੈਕਲਸ ਦਿੱਤਾ ਹੈ ਨਾ ਦੂਸਰਾ ਕੋਈ ਛੋਟਾ ਮੋਟਾ ਪ੍ਰੈਜ਼ੈਂਟ ਦੇ ਦਿੰਦਾ ਫਿਰ ਵੀ ਉਸ ਨੂੰ ਖੁਸ਼ੀ ਇੱਕੋ ਜਿਹੀ ਹੁੰਦੀ ਸੀ। ਇਨ ਫੈਕਟ ਐਵਰੀਥਿੰਗ ਐਂਡ ਐਵਰੀਬਡੀ ਪਲੀਜ਼ਡ ਹਰ ਇਨਫੈਕਟ ਕਹਿੰਦਾ ਉਸ ਨੂੰ ਹਰ ਕੋਈ ਚੀਜ਼ ਅਤੇ ਹਰ ਕੋਈ ਬੰਦਾ ਉਸ ਨੂੰ ਮਤਲਬ ਕਿ ਪਲੀਜ਼ਡ ਖੁਸ਼ ਕਰ ਸਕਦਾ ਸੀ ਹਰ ਇੱਕ ਤੋਂ ਉਹ ਖੁਸ਼ ਹੋ ਜਾਂਦੀ ਸੀ। ਸ਼ੀ ਰਿਵਾਰਡਡ ਹਰ ਐਡਮਾਇਰਰਸ ਉਹ ਆਪਣੇ ਜਿਹੜੇ ਐਡਮਾਇਰਰਸ ਨੇ ਚਾਹਣ ਵਾਲੇ ਨੇ ਜਿਹੜੇ ਉਹਨਾਂ ਨੂੰ ਮਤਲਬ ਐਡਮਾਇਰਰ ਨੇ ਜਿਹੜੇ ਉਹਨਾਂ ਨੂੰ ਰਿਵਾਰਡਡ ਉਹਨਾਂ ਨੂੰ ਖੁਸ਼ੀ ਦਿੰਦੀ ਸੀਗੀ ਉਹਨਾਂ ਨੂੰ ਇਨਾਮ ਦਿੰਦੀ ਸੀ ਵਿਦ ਅ ਬਲਸ਼ ਔਰ ਅ ਸਮਾਈਲ ਮਤਲਬ ਕਿ ਇਹ ਰਿਵਾਰਡ ਦਿੰਦੀ ਸੀ ਉਹਨਾਂ ਨੂੰ ਬਲਸ਼ ਕਰਕੇ
है ना, ਅਤੇ ਸਮਾਈਲ ਦੇ ਕੇ, ਬਲਸ਼ ਮਤਲਬ ਕਿ ਥੋੜਾ ਜਿਹਾ ਮਤਲਬ ਉਹ ਸ਼ਰਮੀਲਾਪਣ ਜਿਹਾ ਦੇ ਕੇ, ਅਤੇ ਸਮਾਈਲ ਦੇ ਕੇ, ਮਤਲਬ ਹਰ ਇੱਕ ਵੱਲ ਉਹ ਸਮਾਈਲ ਦਿੰਦੀ ਸੀ ਤੇ ਹਰ ਇੱਕ ਨੂੰ ਖੁਸ਼ੀ ਹੈ ਜਿਹੜੀ ਉਹ ਮਹਿਸੂਸ ਕਰਦੀ ਸੀ ਹਰ ਇੱਕ ਦੇ ਗਿਫਟ ਤੋਂ। एंड अगे देखो अपना 5th स्टैंजा, इसका जोड़ा कॉन्टैक्सट है सेम एज प्रीवियस वही रहेगा। एक्सप्लेनेशन देखो इसकी, इन दीज लाइन्स द ड्यूक टेल्स द एनवॉय, एनवॉय नूं दसदा इन्हां लाइनां दे विच ड्यूक दैट हिज लास्ट डचेस थैंक्ड एवरीवन, मतलब कि हर एक दा वो धन्नवाद करदी सी, हूएवर प्रेज्ड हर, जो कोई भी उसकी तारीफ करदा सी। शी इक्वली कंपेयर्ड, वो एक बराबर ही कंपेयर करती सी द ड्यूक्स 900 ईयर्स ओल्ड फैमिली नेम, मतलब ड्यूक का जोड़ा 900 साल पुराना फैमिली का नाम सीगा, विद द small gifts of common people, मतलब कि किसी आम जे लोगों ने उसनों कॉमन कोई माड़ा मोटा गिफ्ट देता, उस गिफ्ट नूं अते अपनी जिहड़ी राजे महाराजा का 900 साल पुराना ड्यूक का जिहड़ा नाम सीगा फैमिली का, उन्हां नूं एक सम्मान कंपेयर करती सी, मतलब ये नहीं है किसी नूं ज़्यादा तवज्जो दिंदी सी। द ड्यूक डिडंट लाइक दिस एटीट्यूड ऑफ हिज लास्ट डचेस, अपनी लास्ट डचेस का यह एटीट्यूड है जिहड़ा रवैया उसनूं बिल्कुल पसंद नहीं सीगा ड्यूक नूं। ही थॉट इट टू बी बिलो हिज डिगनिटी, वो अपनी मान मर्यादा दे इसनूं बिलो नीवा समझदा सीगा, टू एडवाइज द डचेस इन सच स्मॉल थिंग्स, मतलब इन्हां छोटी छोटी चीज़ों नूं समझाउणा कि मैं डचेस नूं समझाऊंगा, वो अपनी मान मर्यादा दे खिलाफ समझदा सीगा। दीज लाइन्स जिहड़ियां ये लाइनां ने थ्रो लाइट ऑन द करैक्टर ऑफ द ड्यूक, ये लाइनां ने जिहड़ियां करैक्टर जिहड़ा ड्यूक है उसके करैक्टर के उपर आपां नूं रोशनी पाउंदियां ने कि किहो जिहा करैक्टर वो ड्यूक होवेगा। अगे 6वां जिहड़ा अपना ये हैगा इसका स्टैंजा, ये तुसीं नहीं करना, देखो इत्थे मैं कट लगाया होया, इसनूं तुसीं कट देना, नहीं करना है, इसकी जरूरत नहीं। अगे 7वां जिहड़ा अपना स्टैंजा है नोट कर लेना, इसनूं लिख लेना। कॉन्टैक्सट सेम एज प्रीवियस ही रहेगा। अगे एक्सप्लेनेशन देखते हैं। In these lines, the Duke shows the portrait of his last duchess to the envoy and tells that she smiled at everyone or anyone, मतलब कि इस दे विच इन्हां लाइनां दे विच जिहड़ा ड्यूक है वो एनवॉय है, जिहड़ा एनवॉय राजदूत उसनूं पोर्ट्रेट दिखाउंदा है अपने लास्ट डचेस दी, और उसनूं कहंदा है एंड उसनूं कहंदा है दैट शी स्माइल्ड, कि वो स्माइल करदी रहिंदी सी एट एवरीवन और एनीवन, मतलब कि हर किसी की तरफ वो स्माइल है जी वो दिंदी रहिंदी सी जी उसकी लास्ट डचेस थी। द ड्यूक डिडंट लाइक दैट, जिहड़ा ड्यूक है वो ये चीज़ पसंद नहीं करता सी दैट हिज वाइफ शुड स्माइल एट अदर इन द सेम वे एज शी डिड टू हिम, भी जिस तरह वो उसकी वाल स्माइल दिंदी है, मतलब ड्यूक की तरफ भी दूसरियां की तरफ भी उस तरह स्माइल करे, वो चीज़ ड्यूक नूं बिल्कुल नहीं पसंद सी। ऑल दिस अनॉयड द ड्यूक, ये सब चीज़ां उसनूं चिड़ियाउंदियां सीगियां ड्यूक नूं। ही गेव द ऑर्डर्स एंड हर स्माइल्स वर पुट टू एन एंड, उसने ऑर्डर दिता अते उस दियां जिहड़ियां सारियां स्माइल्स ने वो खत्म हो गई। परहेप्स शायद शी हैड बीन किल्ड बाय द ड्यूक, शायद ड्यूक द्वारा उसनूं मरवा दिता गया होवे। नाउ शी कैन बी सीन इन द पोर्ट्रेट ओनली, हुण सिर्फ वो पोर्ट्रेट दे विच ही दिखदी है क्योंकि वैसे तो उसकी डैथ हो गई। दीज लाइन्स शो हाउ क्रूअल द ड्यूक वॉज, ये लाइनां ने जिहड़ियां शो करदियां ने कि जिहड़ा ड्यूक है वो कितना ज़्यादा अत्याचारी सी, क्रूअल सीगा। अगे अपना यह 8वां स्टैंजा जिहड़ा इसनूं तुसीं नोट कर सकते हो, लिख सकते हो। इसका कॉन्टैक्सट है जिहड़ा सेम एज प्रीवियस रहेगा, सेम वही रहेगा पहलां की तरह। एक्सप्लेनेशन है जिहड़ी आपां देखदे हां इसदी 8वें स्टैंजे दी। इन दीज लाइन्स द ड्यूक टॉक्स टू द एनवॉय, एनवॉय दे नाल गल करदा है ऑफ द काउंट, जिहड़ा कि काउंट दा उहदे लवे आया है राजदूत, हुज डॉटर ही वॉन्ट्स टू मैरी, जिसकी डॉटर दे नाल ये ब्याह करवाउणा चाहुंदा, जिहड़े काउंट दी नाल उसदा राजदूत है जिहड़ा उसदे नाल गल करदा है। ही सेज टू द एनवॉय, वो एनवॉय नूं कहंदा है दैट हिज मास्टर्स अपना जनरसिटी, जिहड़ी उसदे मास्टर की जनरसिटी है, हिज मास्टर की जनरसिटी इज़ वैल नाउन, मतलब कि उसदे मास्टर की कहने का मतलब कि जिहड़ा एनवॉय है, एनवॉय का जिहड़ा मास्टर है, जिहड़ा काउंट है, कि उसकी जनरसिटी है, जिहड़ी दयालता है, उसकी दयालूपन है, वो बहुत ज़्यादा वैल नाउन है, भी बहुत लोग जिहड़े आले दुआले दे सारे इलाके दे उसनूं जानते हैं। द ड्यूक होप्स, जिहड़ा ड्यूक है उसनूं उम्मीद है दैट ऑल हिज एक्सपैक्टेशनस अबाउट अ रिच डोरी, कि जिहड़ियां उसदियां एक्सपैक्टेशनस ने, आशावां ने डोरी दे बारे, दाज दहेज दे बारे, विल नॉट बी इगनोर्ड, वो इगनोर्ड नहीं होणगीआं। कहण दा मतलब कि वो दाज है जिहड़ा वो चाहुंदा उस तो काउंट तो, भी जेकर मैं उसकी बेटी दे नाल ब्याह करवाऊंगा तो मैनूं दाज है जिहड़ा वो चाहुंदा, भी मतलब वो मिलेगा। However, he says that, परंतु वो कहता है हिज चीफ एम, जिहड़ा उसका असली चीफ एम है, कहता
इज़ टू गैट द ब्यूटीफुल डॉटर ऑफ द काउंट। उसका मेन कहना चीफ एम तो यह है कि वह काउंट की जी ब्यूटीफुल डॉटर है उसनों वो चाहता है, उसनों पाना चाहता है, एज शी हैज़ पॉइंटड आउट इन द वैरी बिगनिंग मतलब कि जिहड़ा कि उसने वैरी बिगनिंग शुरू दे विच ही मतलब उसने ये चीज़ पॉइंट आउट की सी कि मैं उसकी धी दा जिहड़ी लड़की है उस दे नाल मैं ब्याह करवाउणा चाहुंदा काउंट की लड़की दे नाल। अगे 9th अपना स्टैंजा, इसका कॉन्टैक्सट सेम एज प्रीवियस रहेगा और इसकी एक्सप्लेनेशन है जी, दीज लाइन्स रिवील्स द डोमीनेटिंग हुंदा है किसी के उपर दबाव पाउणा, दबा के रखना किसी को, है ना। इन्हां लैणां दे विच ये लैणां जिहड़ियां रिवील्स करदियां ने द डोमीनेटिंग नेचर ऑफ द ड्यूक का जिहड़ा डोमीनेटिंग नेचर है मतलब कि वो दबा के रखना चाहुंदा है मतलब दूसरिਆਂ ਨੂੰ, वो नेचर उसका अपने सामने आउंदियां ने। वाइल गोइंग डाउन स्टेयर्स जदों पौड़ियां ते मतलब नीचे जा रहे सीगे वो एनवॉय दे नाल नीचे जा रहा सीगा, ही ड्रॉज अटेंशन ऑफ द काउंट्स एनवॉय, उसने जिहड़ा काउंट का एनवॉय है उसनों मतलब उसका ध्यान है जिहड़ा अटेंशन उसका ध्यान दबाया टूवर्ड्स अ किस दी तरफ, टूवर्ड्स अ ब्रॉन्ज स्टैचू मतलब कि एक जिहड़ा स्टैचू सीगा स्टैचू मूर्ति की तरफ ध्यान दबाया ऑफ नैपचून मतलब कि समुंदर देवता नैपचून की जिहड़ी मूर्ति है उस दे वल उसका ध्यान दबाउंदा वो काउंट दे राजदूत का। कंट्रोलिंग द सी हॉर्स जिहड़ा कि मतलब सी हॉर्स नूं कंट्रोल करता होया मतलब स्टैचू है जिहड़ा कि वो दिखाउंदा है भी मतलब समुंदरी देवता जिहड़ा नैपचून है वो घोड़ा जिहड़ा उसनूं कंट्रोल कर रहा मतलब उस मूर्ति दे विच कंट्रोल कराया होया उसने। ही सीम्स टू सुजैसट वो इस तरह प्रतीत होंदा कि सुजैसट कर रहा है काउंट नूं दैट ही विल कंट्रोल हिज वाइफ इन द सेम वे कि अपनी पत्नी नूं भी इस तरह वो कंट्रोल करके रखेगा जिस तरह समुंदरी देवते ने उस घोड़े नूं कंट्रोल करके रखा होया। He tells the envoy that the statue was considered a rare piece of art किहड़ा ये स्टैचू है रेयर पीस ऑफ आर्ट है मतलब कि बहुत घट इस तरह के जिहड़े पीस ने वो मिलते हैं। He points out that the sculptor हुंदा है मूर्तिवाज जो मतलब मूर्ति बनाउंदा है मूर्ति बनाउण वाला हैड स्पैशली मेड दैट ब्रॉन्ज स्टैचू फॉर हिम कहना जिहड़ा मूर्ति बनाउण वाला उसने उस दे लई ये जिहड़ी मूर्ति है ब्रॉन्ज स्टैचू है जिहड़ा ये मतलब स्पैशली उस दे लई बनाया गया है। सो ये सी अपने स्टैंजाज सिर्फ इस दे 9 ही ने, एक आपां छड्ड दित्ता 6वां तां सिर्फ 8 रह गए। ये तुसीं कर सकते हो, बिल्कुल आसान लिखण की कोशिश करी है। सो जेकर वीडियो चंगी लगी तो वीडियो में लाइक शेयर तो कमेंट जरूर करो और जेकर चैनल पर नवे हो तो चैनल में सबसक्राइब करना बिल्कुल नहीं भूलना। सो मिलते हैं अगली वीडियो लैके, उदों तक दिओ इजाजत। थैंक यू सो मच।